ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਦਾ ਦਾਸ ਇੱਕ ਵਾਰ ਫਿਰ ਆਪ ਜੀ ਦੇ ਸਾਹਮਣੇ। ਮੈਂ ਫਿਰ ਖਿਮਾ ਚਾਹਾਂਗਾ ਕਿ ਰਾਤੀ ਦੇਰ ਨਾਲ ਬਣਾ ਰਿਹਾ ਵੀਡੀਓ, ਪਰ ਇੰਨਾ ਅਰਜੈਂਟ ਹੈ ਕਿ ਹੁਣੇ ਮੈਨੂੰ ਬਣਾਉਣੀ ਚਾਹੀਦੀ ਹੈ ਵੀਡੀਓ। ਔਰ ਕੋਈ ਸਟੂਡੀਓ 'ਚ ਨਹੀਂ ਬਣਾ ਰਿਹਾ, ਘਰ ਵਿੱਚ ਬਣਾ ਰਿਹਾ ਵਾਂ, ਅਤੇ ਹੋ ਸਕਦਾ ਹੈ ਕਿ ਉਹ ਕੁਆਲਿਟੀ ਨਾ ਆਏ। ਗੱਲ ਵੀਰ ਜੀ ਇਹ ਵੇ, ਮੇਰੇ ਵੀਰੋ, ਮੇਰੀਆਂ ਭੈਣੋ, ਮਾਤਾਓ, ਬੱਚਿਓ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ, ਪੰਥ ਉੱਤੇ ਹਮਲਾ ਹੋ ਰਿਹਾ ਹੈ, ਗੁਰਦੁਆਰਾ ਸਾਹਿਬ 'ਤੇ ਹਮਲਾ ਹੋ ਰਿਹਾ, ਔਰ ਸਾਡੇ ਆਗੂ ਹੀ ਕਰ ਰਹੇ ਨੇ। ਅੱਜ ਮੇਰੇ ਇੱਕ ਗੁੜਗਾਉਂ ਦੇ ਪ੍ਰਧਾਨ ਸਾਹਿਬ ਦੇ ਘਰ ਵਾਲੇ ਨਾਲ, ਉਹਨਾਂ ਦੀ ਧਰਮ ਪਤਨੀ ਜੀ ਨਾਲ ਗੱਲਬਾਤ ਹੋਈ, ਉਹਨਾਂ ਦੀ ਪਤਨੀ ਨਾਲ ਗੱਲਬਾਤ ਹੋਈ। ਉਹਨਾਂ ਦਾ ਕਹਿਣਾ ਸੀ ਕਿ ਮੀਡੀਆ ਉਹਨਾਂ ਦੀ ਗੱਲ ਨੂੰ ਮਿਸਰਿਪ੍ਰਜ਼ੈਂਟ ਕਰ ਰਿਹਾ ਹੈ, ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਅਗਰ ਮੀਡੀਆ ਰਿਪ੍ਰਜ਼ੈਂਟ ਕਰ ਰਿਹਾ ਤੁਸੀਂ ਕਲੀਅਰ ਪਿਕਚਰ ਕਰੋ। ਕਾਫੀ ਗੱਲਾਂ ਹੋਈਆਂ, ਉਹਨਾਂ ਦੀਆਂ ਪ੍ਰੋਬਲਮਸ ਨੇ, ਇਹ ਹੈ ਉਹ ਹੈ, ਚਲੋ ਉਹ ਮੈਂ ਕਿਹਾ ਜੀ ਉਹਦੇ ਨਾਲ ਸਾਡਾ ਕੋਈ ਕੰਸਰਨ ਨਹੀਂ ਹੈ। ਉਹਨਾਂ ਦੀਆਂ ਪ੍ਰੋਬਲਮਸ ਉਹ ਜਾਣਨ, ਸਰਕਾਰ ਜਾਣਨ, ਔਰ ਤੁਸੀਂ ਅਗਰ ਉਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਹੋ, ਉਹ ਵੀ ਤੁਹਾਡੀ ਆਪਣੀ ਨਿੱਜੀ ਵਿਚਾਰ ਹੈਗਾ। ਜਿੱਥੇ ਤੱਕ ਗੁਰਦੁਆਰਾ ਸਾਹਿਬ ਦੀ ਗੱਲ ਹੈ, ਕੋਈ ਵੀ ਹੋਏ, ਕਿਸੇ ਧਰਮ ਤੋਂ ਹੋਏ, ਕਿਸੇ ਪੰਥ ਤੋਂ ਹੋਏ, ਆਲ ਆਰ ਵੈਲਕਮ। ਆਉਣ ਗੁਰਦੁਆਰਾ ਸਾਹਿਬ, ਮਰਿਆਦਾ ਵਿੱਚ ਆਉਣ, ਗੁਰਮਰਿਆਦਾ ਦਾ ਪਾਲਨ ਕਰਨ, ਆਪਣਾ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣ, ਹੋਰ ਜੋ ਮਰਿਆਦਾ ਹੈ, ਨਿਸ਼ਾਨ ਸਾਹਿਬ ਨੂੰ ਸਨਮਾਨ ਕਰਨ। ਦੇ ਆਰ ਆਲ ਵੈਲਕਮ, ਕੋਈ ਇਹਦੇ 'ਚ ਗੱਲ ਨਹੀਂ ਹੈ। ਪਾਠ ਕਰਨਾ ਚਾਹਣ ਕਰਨ, ਕੀਰਤਨ ਸ਼ਾਮਲ ਹੋਣਾ ਚਾਹਣ ਹੋਣ, ਮਗਰ ਉੱਥੇ ਕੋਈ ਗੁਰਬਾਣੀ ਦੇ ਇਲਾਵਾ ਕੋਈ ਉੱਥੇ ਪਾਠ ਨਹੀਂ ਹੋ ਸਕਦਾ। ਨਾ ਕੋਈ ਕਿਸੇ ਤਰ੍ਹਾਂ ਦਾ ਡੀਜੇ ਹੋ ਸਕਦਾ ਹੈ, ਨਾ ਕੋਈ ਹੋਰ ਕੋਈ ਧਰਮੀ ਕੁਛ ਵੀ ਨਹੀਂ ਹੋ ਸਕਦਾ। ਗੁਰਦੁਆਰਾ ਗੁਰਬਾਣੀ ਵਾਸਤੇ ਹੈਗਾ, ਗੁਰਬਾਣੀ ਵਾਸਤੇ ਹੈਗਾ। ਹੁਣੇ ਇੱਕ ਚੈਨਲ ਦੇ ਉੱਤੇ ਦਿੱਲੀ ਦੇ ਪ੍ਰਧਾਨ ਸਾਹਿਬ ਨਾਲ ਗੱਲ ਹੋ ਰਹੀ ਸੀ, ਕਮੇਟੀ ਦੇ ਆਪਣੇ ਸਿਰਸਾ ਜੀ ਨਾਲ। ਉਹ ਅਨਫੋਰਚੂਨੇਟਲੀ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੈਂ ਜ਼ਿਆਦਾ ਦੇਰ ਉੱਥੇ ਨਹੀਂ ਰੁਕ ਸਕਿਆ, ਇੱਕ ਚੈਨਲ ਹੋਰ 'ਤੇ ਜਾਣਾ ਵੀ ਸੀ। ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਗੁਰਦੁਆਰਾ ਜਿੱਥੇ ਪ੍ਰਕਾਸ਼ ਹੁੰਦਾ ਉਹ ਜਗ੍ਹਾ ਨਹੀਂ ਦੇ ਰਹੇ, ਉਹ ਦੂਸਰੀ ਜਗ੍ਹਾ ਦੇ ਰਹੇ ਨੇ, ਥੱਲੇ ਬੇਸਮੈਂਟ 'ਚ ਦੇ ਰਹੇ ਨੇ। ਉਹ ਹੁਣ ਮੈਂ ਇਹ ਕਹਿਣਾ ਚਾਹਾਂਗਾ, ਠੀਕ ਹੈ, ਜਿੱਥੇ ਮਤਲਬ ਹੁਣ ਕੀ ਉੱਥੇ ਤੱਕ ਗੱਲ ਆ ਜਾਏਗੀ ਕਿ ਜਿੱਥੇ ਪ੍ਰਕਾਸ਼ ਹੋ ਰਿਹਾ ਉੱਥੇ ਪ੍ਰਕਾਸ਼ ਨਾ ਹੋ ਕੇ ਕੁਛ ਹੋਰ ਹੋਏਗਾ। ਜਿਹੜੀ ਬੇਸਮੈਂਟ ਹੈਗੀ ਹੈ ਉਹ ਗੁਰਦੁਆਰਾ ਸਾਹਿਬ ਦੀ ਹੈ ਜਾਂ ਕਿਸੇ ਨਾਲ ਦੇ ਕਿਸੇ ਸਟੇਡੀਅਮ ਦੀ ਜਾਂ ਕਿਸੇ ਦੇ ਘਰ ਦੀ ਹੈਗੀ ਹੈ। ਜਦ ਗੁਰਦੁਆਰਾ ਸਾਹਿਬ 'ਚੋਂ ਬੇਸਮੈਂਟ ਹੈਗੀ ਹੈ ਤੇ ਕਿਸੇ ਪਰਪਸ ਵਾਸਤੇ ਬਣਾਈ ਹੋਣੀ ਹੈ। ਉੱਥੇ ਜਦੋਂ ਕੋਈ ਕਾਰਜਕ੍ਰਮ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ, ਜਾਂ ਕੋਈ ਵਰੀਣਾ ਹੁੰਦਾ ਹੈ, ਜਾਂ ਕੁਛ ਗਮੀ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਅਤੇ ਉੱਤੇ ਅਸੀਂ ਜਿੱਥੇ ਪ੍ਰਕਾਸ਼ ਹੁੰਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਨੇ, ਉੱਥੇ ਅਸੀਂ ਮੱਥਾ ਟੇਕਦੇ ਹਾਂ, ਅਰਦਾਸ ਕਰਨੇ ਹਾਂ, ਅਤੇ ਥੱਲੇ ਆ ਕੇ ਲੰਗਰ ਹੁੰਦਾ ਹੈ ਹਾਲ ਵਿੱਚ। ਉਹ ਗੁਰੂ ਦਾ ਲੰਗਰ ਵੀ ਹੁੰਦਾ ਹੈ, ਅਤੇ ਅੱਜ ਕੱਲ੍ਹ ਇੱਕ ਹੋਰ ਰੀਤ ਚੱਲ ਪਈ ਹੈ ਕਿ ਜੀ ਦੂਸਰਾ ਵੀ ਉੱਥੇ ਖਾਣਾ ਹੋ ਜਾਂਦਾ ਹੈ, ਜਿਹੜਾ ਮਰਿਆਦਾ ਦੇ ਵਿੱਚ ਖਾਣਾ ਹੁੰਦਾ, ਉਹ ਲੋਕ ਚੇਅਰਸ ਟੇਬਲਸ ਵੀ ਲਗਾ ਲੈਂਦੇ ਨੇ। ਖੈਰ ਉਹ ਵਿਸ਼ੇ ਨਹੀਂ ਹੈ ਕਿ ਉੱਥੇ ਟੇਬਲ ਲੱਗ ਸਕਦਾ ਕਿ ਨਹੀਂ ਲੱਗ ਸਕਦਾ। ਵਿਸ਼ੇ ਇਹ ਵੇ ਕਿ ਜਿਸ ਦਿਨ ਉਹ ਫੰਕਸ਼ਨ ਹੋਏਗਾ, ਕਿਸੇ ਦਾ ਆਨੰਦ ਕਾਰਜ ਹੋਏਗਾ, ਅਤੇ ਹੁਣ ਕੀ ਕਿਹਾ ਜਾਏਗਾ ਕਿ ਜੇ ਤੁਸੀਂ ਸ਼ੁੱਕਰਵਾਰ ਨੂੰ ਨਹੀਂ ਵਿਆਹ ਕਰ ਸਕਦੇ, ਜੇ ਕਿਸੇ ਦਾ ਪਿਓ ਮਰ ਗਿਆ, ਮਾਂ ਮਰ ਗਈ, ਅਤੇ ਉਹ ਆਪਣੇ ਮਾਤਾ ਨੂੰ, ਪਿਤਾ ਨੂੰ ਕੋਈ ਉੱਥੇ ਅੰਤਮ ਅਰਦਾਸ ਉਸਦੀ ਕਰਨਗੇ, ਅਤੇ ਉਸ ਤੋਂ ਬਾਅਦ ਜਿੱਥੇ ਉਹਨਾਂ ਨੇ ਥੱਲੇ ਬੇਸਮੈਂਟ ਵਿੱਚ ਪਾਠ ਕਰਨਾ, ਉਹ ਨਹੀਂ ਹੋ ਸਕਦਾ ਉਸ ਦਿਨ। ਯਾਨੀ ਉਸ ਦਿਨ ਅੱਜ ਤੁਸੀਂ ਬੇਸਮੈਂਟ ਜਿੱਥੇ ਉਹਨਾਂ ਨੇ ਉਹ ਕਰਨਾ ਹੈ, ਲੰਗਰ ਵਰਤਾਣਾ ਹੈ, ਜਾਂ ਦੂਸਰਾ ਲੰਚ ਕਰਵਾਉਣਾ ਹੈ, ਜਾਂ ਜੋ ਵੀ ਕਰਵਾਉਣਾ ਹੈ। ਜ਼ਰੂਰੀ ਨਹੀਂ ਕਿ ਅੱਜ ਕੱਲ੍ਹ ਲੰਗਰ ਹੀ ਹੁੰਦਾ, ਘਰ ਦੇ ਲੰਗਰ ਤੋਂ ਇਲਾਵਾ ਵੀ ਉੱਥੇ ਹੋਰ ਤਰ੍ਹਾਂ ਦੀ ਆਈਟਮਸ ਵੀ ਆਉਂਦੀਆਂ ਨੇ, ਆਈਸਕ੍ਰੀਮ ਹੋ ਗਈ, ਜੋ ਵੀ ਉਹ ਕਰਦੇ ਨੇ। ਅਤੇ ਮੰਨ ਲਓ ਕੋਈ ਬਾਹਰੋਂ ਆਇਆ ਹੈ ਗੁੜਗਾਉਂ ਤੋਂ, ਅਤੇ ਉਸਨੇ ਆਪਣੇ
ਪਿਤਾ ਜੀ ਦੀ, ਮਾਤਾ ਜੀ ਦੀ ਜਾਂ ਕਿਸੇ ਹੋਰ ਦੀ ਅੰਤਮ ਅਰਦਾਸ 'ਚ ਸ਼ਾਮਲ ਹੋ ਰਿਹਾ ਹੈ ਜਾਂ ਕਿਸੇ ਸੁੱਖ ਦੇ ਕੰਮ ਵਿੱਚ ਹੈਗਾ, ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕੀ ਕਹੇਗੀ ਕਿ ਅੱਜ ਤੁਹਾਡੇ ਪਿਤਾ ਜੀ ਦਾ ਅਸੀਂ ਅੰਤਮ ਅਰਦਾਸ ਨਹੀਂ ਕਰ ਸਕਦੇ, ਜੇ ਕਰ ਲਓ ਤੇ ਫਿਰ, ਪਰ ਜੇ ਲੰਗਰ ਚਾਹ ਦਾ ਲੰਗਰ ਹੈ ਜਾਂ ਗੁਰੂ ਘਰ ਦਾ ਲੰਗਰ ਹੈ ਜਾਂ ਜੋ ਵੀ ਲੰਗਰ ਹੈ, ਉਹ ਫਿਰ ਤੁਸੀਂ ਕਿਤੇ ਹੋਰ ਕਰਨਾ, ਗੁਰਦੁਆਰੇ ਜਗ੍ਹਾ ਨਹੀਂ ਹੈ, ਕਿਉਂਕਿ ਉੱਥੇ ਨਮਾਜ਼ ਹੋ ਰਹੀ ਹੈ। ਉਹ ਇੰਨੀ ਵੱਡੀ ਪ੍ਰੋਬਲਮ ਤੁਸੀਂ ਕਿਉਂ ਆਪਣੇ ਗਲੇ ਪਾਉਂਦੇ ਪਿਓ? ਉੱਥੇ ਜੋ ਆਉਂਦੇ ਨੇ, ਮੈਂ ਪਹਿਲੇ ਵੀ ਕਿਹਾ ਸੀ, ਉਹ ਸਿਰਫ ਮਰਦ ਆਉਂਦੇ ਨੇ। ਉੱਥੇ ਸਾਡੀਆਂ ਧੀਆਂ ਭੈਣਾਂ ਜਾਂਦੀਆਂ ਨੇ, ਬਾਹਰ ਦਾ 500 ਆਦਮੀ ਆਏਗਾ ਤਾਂ ਨੈਚੁਰਲੀ ਗੱਲ ਹੈ ਉਹਨਾਂ ਨੂੰ ਥੋੜ੍ਹਾ ਝਿਜਕ ਆਏਗੀ, ਡਰ ਵੀ ਕਹਿ ਸਕਦੇ ਹਾਂ, ਡਰ ਨਾ ਸਹੀ ਝਿਜਕ ਆਏਗੀ। ਤੇ ਤੁਸੀਂ ਕਿਉਂ ਉਹ ਜਿਹੜੇ ਗੁਰਦੁਆਰੇ ਆ ਰਹੇ ਨੇ ਉਹਨਾਂ ਨੂੰ ਰੋਕ ਰਹੇ ਹੋ, ਜਿਹੜੇ ਫੰਕਸ਼ਨ ਹੋ ਰਹੇ ਨੇ ਉਹਨਾਂ ਨੂੰ ਰੋਕ ਰਹੇ ਹੋ? ਔਰ ਉਹ ਕੁਛ ਨਾ ਵੀ ਹੋਏ, ਉਹ ਹਾਲ ਕੁਛ ਸੋਚ ਕੇ ਬਣਾਇਆ, ਗੁਰਦੁਆਰੇ ਦਾ ਹੀ ਹਿੱਸਾ ਹੈ। ਤੇ ਸਿਰਫ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਜਗ੍ਹਾ ਤੇ ਨਹੀਂ ਅਸੀਂ ਕਰਨ ਦੇ ਰਹੇ, ਇਹ ਕਹਿ ਕੇ ਅਗਰ ਤੁਸੀਂ ਬੜਾ ਵੱਡਾ ਕੌਮ ਤੇ ਅਹਿਸਾਨ ਕਰ ਰਹੇ ਹੋ ਤਾਂ ਇਹ ਗੱਲ ਗਲਤ ਹੈ ਮਹਾਰਾਜ। ਬੜੇ ਵੱਡੇ ਆਗੂ ਲੋਕ ਨੇ ਉੱਥੇ, ਪ੍ਰਧਾਨ ਹੈਗੇ ਨੇ ਗੁਰਦੁਆਰੇ ਦੇ ਮੇਰੇ, ਉਹਨਾਂ ਨਾਲ ਕੱਲ੍ਹ ਮੈਂ ਉਹਨਾਂ ਨੂੰ ਗੁੜਗਾਉਂ ਜਾ ਕੇ ਉਹਨਾਂ ਦੇ ਦਰਸ਼ਨ ਪ੍ਰਾਪਤ ਕਰਾਂਗਾ, ਸ਼ਾਇਦ ਕੁਛ ਮਤ ਸਾਨੂੰ ਵੀ ਮਿਲ ਜਾਏ। ਤੇ ਹੋਰ ਬਾਕੀ ਮੇਰੀ ਮੱਤ ਔਰ ਉਹਨਾਂ ਦੀ ਮੱਤ ਆਪਣੀ ਜਗ੍ਹਾ ਹੈ ਔਰ ਗੁਰਮਤ ਆਪਣੀ ਜਗ੍ਹਾ ਹੈ। ਤੇ ਗੁਰਮੱਤੇ ਤੋਂ ਅਸੀਂ ਬਾਹਰ ਨਹੀਂ ਜਾਣਾ। ਕੋਈ ਉੱਥੇ ਗੁਰਬਾਣੀ ਦੇ ਇਲਾਵਾ ਨਾ ਬੇਸਮੈਂਟ ਵਿੱਚ, ਨਾ ਉਸਦੇ ਵਿਹੜੇ ਵਿੱਚ, ਨਾ ਉਹਦੇ ਛੱਤ 'ਤੇ, ਨਾ ਆਲੇ ਨਾ ਦੁਆਲੇ, ਜੋ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਜਗ੍ਹਾ ਹੈਗੀ ਹੈ ਚਾਰ ਦੀਵਾਰੀ, ਉੱਥੇ ਕੁਛ ਹੋਰ ਨਹੀਂ ਹੋ ਸਕਦਾ। ਬਲਕਿ ਉਸ ਤੋਂ ਬਾਹਰ ਵੀ ਕੋਈ ਐਸੀ ਚੀਜ਼ ਨਹੀਂ ਹੋ ਸਕਦੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਡਿਸਟਰਬ ਕਰੇ। ਨਾਲ ਹੀ ਜਿਹੜੇ ਸਾਡੇ ਮੋਨੇ ਵੀਰ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਅਸੀਂ ਆਪਣੇ ਘਰ ਕਰਾ ਲਾਂਗੇ, ਤੇ ਉਹ ਮੁਸਲਮਾਨ ਉੱਥੇ ਜਾਣ ਨੂੰ ਤਿਆਰ ਵੀ ਹੈਗੇ ਨੇ ਕਿ ਅਸੀਂ ਉੱਥੇ ਉਹਨਾਂ ਦੇ ਘਰ ਜਾ ਕੇ ਨਮਾਜ਼ ਪੜ੍ਹ ਲਾਂਗੇ। ਭਾਈ ਆਪਣੇ ਘਰ ਕਿਉਂ ਨਹੀਂ ਪੜ੍ਹ ਲੈਂਦੇ ਜੇ ਘਰ ਹੀ ਪੜ੍ਹਨੀ ਹੈ ਤੇ? ਔਰ ਜਿਸ ਏਰੀਆ ਤੋਂ ਉਹ ਜਾਣਗੇ, ਘਰ ਤੇਰਾ ਨਾ ਭਾਈ, ਸੜਕ ਤੇ ਤੇਰੀ ਨਹੀਂ ਹੈ। ਉਸ ਸੜਕ ਤੋਂ ਇੰਨਾ ਬੰਦਾ ਨਿਕਲ ਕੇ ਜਾਏਗਾ ਕਲੋਨੀ ਦੇ ਅੰਦਰ, ਲੋਕ ਡਿਸਟਰਬ ਹੋਣਗੇ ਨਾ, ਤਾਂ ਉਹਦਾ ਕੌਣ ਜ਼ਿੰਮੇਦਾਰ ਹੈ? ਤੇ ਉਹ ਆਪਣੀ ਨਿੱਜੀ ਜਗ੍ਹਾ 'ਚ ਦੇ ਰਹੇ ਨੇ। ਤੇ ਜਿਨ੍ਹਾਂ ਨੂੰ ਇੰਨਾ ਸ਼ੌਂਕ ਹੈ ਤੇ ਉਹ, ਔਰ ਮੈਂ ਪਤਾ ਲੱਗਿਆ ਕਿ ਜਿਹੜੇ ਇੱਥੇ ਦੇ ਪ੍ਰਧਾਨ ਵਗੈਰਾ ਨੇ ਬਹੁਤ ਵੱਡੇ ਵੱਡੇ ਆਦਮੀ ਨੇ, ਬੜੇ ਪੈਸੇ ਵਾਲੇ ਨੇ, ਜਿੱਥੇ ਤੱਕ ਮੈਨੂੰ ਪਤਾ ਲੱਗਿਆ, ਮੈਨੂੰ ਨਹੀਂ ਪਤਾ ਕੀ ਸਥਿਤੀ ਹੈ। ਤੇ ਉਹਨਾਂ ਨੂੰ ਬੜਾ ਪਿਆਰ ਵੀ ਹੈ ਆਪਣੇ ਮੁਸਲਮਾਨਾਂ ਨਾਲ, ਤੇ ਫਿਰ ਉਹਨਾਂ ਵਾਸਤੇ ਕੋਈ ਜਗ੍ਹਾ ਲੈ ਦੇਣ, ਕੋਈ ਪ੍ਰੋਪਰਟੀ ਲੈ ਦੇਣ, ਪਰ ਉਹ ਗੁਰਦੁਆਰਾ ਸਾਹਿਬ ਦੇ ਪੈਸੇ ਤੋਂ ਨਹੀਂ, ਆਪਣੇ ਪੈਸੇ ਤੋਂ। ਹੁਣ ਸੁਣਨ 'ਚ ਤਾਂ ਇਹ ਵੀ ਆ ਰਿਹਾ ਕਿ ਸ਼ਾਇਦ ਉੱਥੇ ਕੋਈ, ਹੁਣ ਰੱਬ ਜਾਣੇ ਕਿੱਥੇ, ਮੈਨੂੰ ਤਾਂ ਨਹੀਂ ਲੱਗਦਾ ਸੱਚਾਈ ਆ, ਮਗਰ ਕਿਸੇ ਨੇ ਦਬੀ ਜ਼ਬਾਨ 'ਚ ਇਹ ਵੀ ਕਿਹਾ ਸੀ ਕਿ ਉੱਥੇ ਕੋਈ ਕਿਰਾਏ ਦਾ ਵੀ ਲੈਣ ਦੇਣ ਹੋਇਆ। ਹੁਣ ਹੋਇਆ ਨਹੀਂ ਹੋਇਆ, ਕਿੰਨੇ ਲੋਕ, ਕਿੰਨੀਆਂ ਗੱਲਾਂ, ਮਗਰ ਸਵਾਲ ਇਹ ਉੱਠਦਾ ਕਿ ਉੱਥੇ ਕੁਛ ਵੀ ਨਮਾਜ਼ ਜਾਂ ਕੁਛ ਵੀ ਐਸੀ ਚੀਜ਼, ਕੋਈ ਵੀ ਚੀਜ਼ ਨਹੀਂ ਹੋ ਸਕਦੀ ਜਿਹੜੀ ਗੁਰਬਾਣੀ ਤੋਂ ਬਾਹਰ ਹੈ। ਐਂਡ ਦੈਟ ਇਜ਼ ਦਾ ਬੋਟਮ ਲਾਈਨ, ਰੌਕ ਬੋਟਮ ਹੈ। ਬਾਕੀ ਆਰਗੂਮੈਂਟ, ਉਹ ਕਿੰਨੇ ਟਾਈਮ ਵਾਸਤੇ ਆ ਰਹੇ ਨੇ, ਉਹਨਾਂ ਵਾਸਤੇ ਜਗ੍ਹਾ ਨਹੀਂ ਹੈ, ਉਹਨਾਂ ਦੀ ਆਬਾਦੀ ਵੱਧ ਗਈ ਹੈ, ਇਹ ਹੋ ਗਿਆ, ਉਹ ਹੋ ਗਿਆ, ਉਹ ਇਮੈਟੀਰੀਅਲ ਚੀਜ਼ਾਂ ਨੇ, ਉਹ ਉਹਨਾਂ ਦੀ ਪ੍ਰੋਬਲਮ ਨੇ, ਉਹ ਜਾਣਨ। ਅਗਰ ਤੁਸੀਂ ਸੋਲਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਦਿਓ, ਆਪਣਾ ਕਰ ਦੇ ਦਿਓ। ਹੋਰ ਵੀ ਉਹਨਾਂ ਨੂੰ ਬਹੁਤ ਚੀਜ਼ਾਂ ਦੀ ਜ਼ਰੂਰਤ ਹੈ, ਉਹ ਵੀ ਦੇ ਦਿਓ। ਤੇ ਉਹ ਮੈਂ ਇਸ ਤੋਂ ਅੱਗੇ ਨਹੀਂ ਬੋਲਣਾ ਚਾਹਾਂਗਾ ਕੀ ਉੱਥੇ ਤੁਸੀਂ ਔਰ ਕੀ ਉਹ ਲੈ ਜਾਣਗੇ ਇੱਥੋਂ। ਕੁੱਲ ਮਿਲਾ ਕੇ ਗੱਲ ਇਹ ਵੇ ਕਿ ਕੱਲ੍ਹ ਤੇ ਗੁਰਪੁਰਬ ਹੈ, ਤੇ ਚਲੋ ਕੱਲ੍ਹ ਦਾ ਤਾਂ ਇਹਨਾਂ ਨੇ ਕਹਿ ਦਿੱਤਾ ਜੀ ਅਸੀਂ ਨਹੀਂ ਕਰਨ ਦਿਆਂਗੇ ਜਾਂ ਅਸੀਂ ਆਪਣਾ ਕਰਨਾ। ਤੇ ਜੀ ਗੁਰਪੁਰਬ ਵਾਲੇ ਦਿਨ ਵੀ ਤਾਂ ਕਿੱਥੇ ਜਾ ਕੇ ਪੜ੍ਹਨਗੇ ਨਾ, ਉਸ ਦਿਹਾੜੇ ਵੀ ਤੇ ਬਾਕੀ ਦਿਨਾਂ 'ਚ ਵੀ ਉਹੀ ਕਰ ਲੈਣ। ਤੇ ਇਹ ਉਹਨਾਂ ਨੂੰ ਸੋਚਣਾ ਹੈ। ਔਰ ਮੇਰੀ ਫਿਰ ਬੇਨਤੀ ਹੈ, ਅੱਜ ਮੇਰੀ ਜਿਨ੍ਹਾਂ ਨਾਲ ਗੱਲ ਹੋਈ, ਉਹਨਾਂ ਦੇ ਪਤਨੀ ਨਾਲ, ਬੜੇ ਸਹਿਜ ਔਰ ਬੜੇ ਮਿੱਠੇ ਔਰ ਬੜੇ ਵਿਦਵਾਨ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਮਿਸਰਿਪ੍ਰੈਜ਼ੈਂਟ ਕੀਤਾ ਗਿਆ। ਅਤੇ ਕਹਿਣ ਦਾ ਮਤਲਬ ਹੈ ਵੇ ਕਿ ਇਸ ਨੂੰ ਅਸੀਂ ਭਾਈਚਾਰੇ ਨੂੰ ਰੱਖੀਏ, ਪੰਥ ਦੇ ਵਿੱਚ ਵੀ ਕੋਈ ਡਬਲ ਮਾਈਂਡਡਨੈਸ ਨਾ ਹੋਏ, ਕੋਈ ਆਪਸ ਵਿੱਚ ਫਰਕ ਨਾ ਆਏ, ਬਾਹਰ ਵੀ ਫਰਕ ਨਾ ਆਏ। ਅਤੇ
ਇਹ ਜਿਹੜੀ ਚੀਜ਼ ਹੈਗੀ ਹੈ ਇਹਨੂੰ ਨਾ ਕਰਨ ਦਿਓ, ਮਾਫੀ ਮੰਗੋ ਔਰ ਉਹਦੀ ਬਕਾਇਦਾ ਇਸ ਨੂੰ ਰੀਅਲਾਈਜ਼ ਕਰੋ। ਅਤੇ ਜੋ ਵੀ ਸਿੰਘ ਸਾਹਿਬਾਨ ਉੱਥੇ ਦੇ ਉਹਦਾ ਹਰਜਾਨਾ ਲਗਾਉਂਦੇ ਨੇ, ਚਾਹੇ ਉਹ ਸੇਵਾ ਦਾ ਜਾਂ ਜੈਸਾ, ਉਸ ਨੂੰ ਭਰੋ ਅਤੇ ਦੁਬਾਰਾ ਐਸਾ ਨਾ ਕਦੀ ਸੋਚਣਾ। ਔਰ ਫਿਰ ਬੇਨਤੀ ਕਰ ਰਹੇ ਹਾਂ, ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਕਿ ਐਸਾ ਕੁਛ ਨਾ ਕਰੋ ਕਿ ਜਿਹਦੇ ਨਾਲ ਮਰਿਆਦਾ ਨੂੰ ਠੇਸ ਪਹੁੰਚੇ। ਅਤੇ ਫਿਰ ਵੀ ਅਗਰ ਨਹੀਂ ਸਮਝ ਆਉਂਦੀ ਤਾਂ ਫਿਰ ਜੋ ਹੋਏਗਾ ਉੱਥੇ ਬਾਣੀ ਤੋਂ ਇਲਾਵਾ ਕੁਛ ਨਹੀਂ ਹੋਏਗਾ, ਸਿੱਖੀ ਤੋਂ ਇਲਾਵਾ ਉੱਥੇ ਕੁਛ ਨਹੀਂ ਹੋਏਗਾ। ਔਰ ਫਿਰ ਵੀ ਅਗਰ ਕੋਸ਼ਿਸ਼ ਕੀਤੀ ਕਿਸੇ ਨੇ ਐਸੀ ਹਿਮਾਕਤ ਕਰਨ ਦੀ, ਤੇ ਉਸ ਤੋਂ ਬਾਅਦ ਜੋ ਹੋਏਗਾ ਉਹਦੇ ਜ਼ਿੰਮੇਦਾਰ ਉਹ ਹੋਣਗੇ। ਇਹ ਪ੍ਰੋਪਰਟੀ ਕਿਸੇ ਦੀ ਨਹੀਂ ਹੈ, ਇਹ ਗੁਰੂ ਦਾ ਘਰ ਹੈ। ਤੇ ਫਿਰ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ। ਮੈਂ ਕੱਲ੍ਹ ਖੁਦ ਹਾਜ਼ਰ ਹੋ ਕੇ ਹੱਥ ਜੋੜ ਕੇ, ਹੱਥ ਬੰਨ੍ਹ ਕੇ ਉਹਨਾਂ ਨਾਲ ਬੇਨਤੀ ਕਰਾਂਗਾ। ਹੋਰ ਵੀ ਸਾਡੇ ਨਾਲ ਮਿੱਤਰ ਆਉਣਗੇ, ਜਿਹੜੇ ਸਿੱਖ ਸਕੋਲਰਸ ਨੇ ਆਉਣਗੇ, ਜਾਂ ਕੋਈ ਹੋਰ ਵੀ ਆਉਣਗੇ ਜਾਂ ਨਹੀਂ, ਜੋ ਵੀ ਆਏਗਾ। ਅਤੇ ਆਪ ਜੀ ਇਸ ਗੱਲ ਨੂੰ ਸਮਝੋ ਅਤੇ ਐਸੇ ਚੱਕਰਾਂ 'ਚ ਨਾ ਪਾਓ ਕਿ ਜਿਹਦੇ ਨਾਲ ਪੰਥ ਨੂੰ ਕੋਈ ਪਰੇਸ਼ਾਨੀ ਖੜੀ ਹੋਏ। ਅਤੇ ਐਸਾ ਤੁਸੀਂ ਕਰ ਲਓ। ਮੈਂ ਨਿੱਜੀ ਤੌਰ 'ਤੇ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ। ਔਰ ਬਾਕੀ ਜੋ ਤੁਸੀਂ ਕਹਿ ਦਿੱਤਾ, ਸਟੇਟਮੈਂਟ ਦੇ ਦਿੱਤੀ, ਉਹਦੇ ਨਾਲ ਜੋ ਨੁਕਸਾਨ ਹੋਇਆ ਉਸਦੇ ਵਾਸਤੇ ਆਪ ਖੁਦ ਆਪਣੀ ਸਜ਼ਾ ਮੁਕਰਰ ਕਰ ਲਓ, ਜਾਂ ਉੱਤੇ ਦੇ ਸਿੰਘ ਸਾਹਿਬਾਨ ਕਰ ਦੇਣ, ਪਰ ਇਹ ਮਾਫੀ ਤਾਂ ਮੰਗਣੀ ਪਏਗੀ। ਔਰ ਇਹ ਨਹੀਂ ਹੋ ਸਕਦਾ। ਅਗਰ ਆਪਣੀ ਸਟੇਟਮੈਂਟ ਉਹ ਕਹਿੰਦੇ ਜੀ, ਇਹ ਅਗਰ ਇਹਨੂੰ ਪ੍ਰੈਸਟੀਜ ਇਸ਼ੂ ਬਣਾ ਲੈਂਦੇ ਨੇ ਕਿ ਮੈਂ ਕਹਿ ਦਿੱਤਾ ਅਤੇ ਫਿਰ ਇਹ ਹੁਣ ਮੈਂ ਹਟ ਨਹੀਂ ਸਕਦਾ, ਅਤੇ ਇਸ ਤਰ੍ਹਾਂ ਦੀ ਚੀਜ਼ਾਂ 'ਚ ਨਾ ਪੈਣ। ਤੁਸੀਂ ਇੱਕ ਬੜੇ ਅੱਛੀ ਸੰਸਥਾ ਦੇ, ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹੋ, ਸਕੱਤਰ ਹੋ, ਜਾਂ ਜੋ ਵੀ ਹੋ, ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਈਗੋ ਬਣਾਉਣਾ ਸ਼ੋਭਾ ਨਹੀਂ ਦਿੰਦਾ। ਕਿਉਂਕਿ ਮਤ ਪਤ ਕਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ ਜੀ ਹੈਗੇ ਨੇ। ਅਤੇ ਇਹ ਮਤ ਵਰਤੋ ਅਤੇ ਨਿਮਾਣੇ ਹੈਗੇ ਹਾਂ ਅਸੀਂ, ਕੋਈ ਮਾਣ ਨਹੀਂ ਸਾਡਾ ਕੱਟਦਾ। ਅਤੇ ਨਿਮਾਣੇ ਹੋ, ਗੁਰੂ ਘਰ 'ਚ ਸਾਰੇ ਬਰਾਬਰ ਹੈਗੇ ਨੇ, ਅਤੇ ਤੁਹਾਡਾ ਮਾਣ ਬਹੁਤ ਵੱਧ ਜਾਏਗਾ ਸਾਡੀ ਨਜ਼ਰਾਂ 'ਚ। ਅਤੇ ਆਪ ਜੀ ਨੂੰ ਫਿਰ ਦੁਬਾਰਾ ਅਪੀਲ ਕਰਦੇ ਪਏ ਹਾਂ, ਅਤੇ ਗੁਰੂਆਂ ਦੀ ਸੰਗਤ ਨੂੰ ਅਪੀਲ ਕਰ ਰਹੇ ਹਾਂ ਕਿ ਇਹ ਕੰਮ ਨਾ ਉੱਥੇ ਹੋਣ ਦਿਓ। ਧੰਨਵਾਦ ਜੀ, ਆਪ ਜੀ ਦਾ ਸਮੇਂ ਲਿੱਤਾ। ਕੱਲ੍ਹ ਮੈਂ ਹਾਜ਼ਰ ਹੋਵਾਂਗਾ ਉੱਥੇ ਗੁਰਦੁਆਰਾ ਸਾਹਿਬ ਵਿੱਚ, ਉਹਨਾਂ ਨਾਲ ਬੇਨਤੀ ਕਰਾਂਗਾ। ਔਰ ਕੱਲ੍ਹ ਦਾ ਜੁਮਾ ਹੋਏ ਜਾਂ ਪਰਸੋਂ ਦਾ ਹੋਏ ਜਾਂ ਕੋਈ ਹੋਰ ਦਿਹਾੜਾ ਹੋਏ, ਗੁਰੂ ਘਰ ਵਿੱਚ ਸਿਰਫ ਗੁਰਬਾਣੀ ਹੋਏਗੀ। ਔਰ ਮੈਂ ਫਿਰ ਕਹਿ ਚੁੱਕਾ, ਦੈਟ ਇਜ਼ ਦਾ ਰੌਕ ਬਾਟਮ। ਇਹਦੇ ਉੱਤੇ ਅਸੀਂ ਵਾਦ ਵਿਵਾਦ ਕੁਛ ਵੀ ਕਰਦੇ ਰਹੀਏ, ਮਗਰ ਉਹ ਅਲੱਗ ਚੀਜ਼ ਹੈ, ਮਗਰ ਉੱਥੇ ਕੁਛ ਹੋਰ ਨਹੀਂ ਹੋਏਗਾ। ਦੈਟਸ ਇਟ। ਔਰ ਅਗਰ ਉਹਦੇ ਵਾਸਤੇ ਸਾਨੂੰ ਕੁਛ ਕੜੇ ਕਦਮ ਵੀ ਕਰਨੇ ਪਏ ਤਾਂ ਉਹ ਵੀ ਕਰਾਂਗੇ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰਦੁਆਰਾਂ ਦੀ ਸੰਗਤ, ਗੁਰਦੁਆਰਾਂ ਦੇ ਗੁਰਦੁਆਰਿਆਂ ਦੇ ਪ੍ਰਧਾਨ ਇਸ ਦੇ ਉੱਤੇ ਨਿਰਣੇ ਲੈਣਗੇ, ਮਤੇ ਅਨੁਸਾਰ ਲੈਣਗੇ, ਗੁਰਮਤ ਅਨੁਸਾਰ ਲੈਣਗੇ। ਬਸ ਜੀ। ਔਰ ਬੜਾ ਧੰਨਵਾਦ ਤੁਹਾਡਾ। ਔਰ ਜਿਨ੍ਹਾਂ ਨੂੰ ਅੱਜ ਕੱਲ੍ਹ ਪੰਜਾਬੀ ਨਹੀਂ ਸਮਝ ਆਉਂਦੀ, ਉਹਨਾਂ ਨੂੰ ਮੈਂ ਇੱਕ ਵਾਰ ਫਿਰ ਬੋਲ ਦਿੰਦਾ कि गुरुद्वारा गुरु का द्वार है, यहाँ पे गुरबानी होगी, गुरबाणी होगी और कुछ नहीं होगा। Okay, this is Gurudwar. Only Gurbani can be recited there. Anything that is related to Sikhism can be done there, and nothing
other than that is not related to Sikhism, no activity can take place, be it any other religious, or be it any other social, or be it any other political. That's the bottom line. That's the rock bottom of the situation. And we cannot alter. I cannot alter. You cannot alter. This is Guru da Kar. बहुत बहुत धन्यवाद.